ਹੁਣ ਤੱਕ ਤੁਸੀਂ ਪੜ੍ਹਿਆ ਕਿ ਮੈਂ ਸੋਚਿਆ ਵੀ ਨਹੀਂ ਕਿ ਮੈਨੂੰ ਇਸ ਕਮਰੇ 'ਚ ਇਹ ਦ੍ਰਿਸ਼ ਦੇਖਣ ਨੂੰ ਮਿਲੇਗਾ। ਮੈਨੂੰ ਦੂਜੇ ਪਾਸਿਓਂ ਵੀ ਹੈਰਾਨੀ ਦਾ ਸਾਹਮਣਾ ਕਰਨਾ ਪਿਆ। ਮੈਨੂੰ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਇੰਨੇ 'ਚ ਦਾਦੇ ਨੂੰ ਪਤਾ ਲੱਗ ਗਿਆ ਕਿ ਮੈਂ ਇਸ ਕਮਰੇ 'ਚ ਆ ਗਈ ਹਾਂ ਤਾਂ ਉਹਨਾਂ ਨੇ ਮੈਨੂੰ ਘਸੀਟ ਕੇ ਬਾਹਰ ਕੱਢਿਆ। ਪਰ ਹੁਣ ਉਹਨਾਂ ਦੀਆਂ ਅੱਖਾਂ 'ਚੋਂ ਚਮਕ ਤੇ ਉਹ ਗੁੱਸਾ ਨਹੀਂ ਸੀ ਜੋ ਮੈਨੂੰ ਇੱਥੇ ਆਉਣ ਤੋਂ ਪਹਿਲਾਂ ਦਿਖਾਇਆ ਜਾਂਦਾ ਸੀ। ਮੇਰੀ ਮਾਂ ਦੀ ਨਜ਼ਰ ਵੀ ਝੁਕੀ ਹੋਈ ਸੀ। ਉਹਨਾਂ ਨੂੰ ਵੀ ਪਤਾ ਲੱਗ ਗਿਆ ਸੀ ਕਿ ਮੈਂ ਕਮਰੇ ਤੱਕ ਪਹੁੰਚ ਚੁੱਕੀ ਹਾਂ ਤੇ ਸਾਰੀ ਸੱਚਾਈ ਜਾਣ ਚੁੱਕੀ ਹਾਂ। ਮਾਂ ਨੇ ਤਾਂ ਜਿਵੇਂ ਅੱਖਾਂ ਬੰਦ ਕਰ ਲਈਆਂ ਸਨ, ਪਰ ਮੇਰੇ ਸਿਰ ਤੇ ਜਨੂਨ ਸਵਾਰ ਸੀ। ਜਿਸ ਗੱਲ ਲਈ ਇੰਨਾ ਪਰੇਸ਼ਾਨ ਹੋਈ ਮਾਂ ਨੇ ਮੈਨੂੰ ਇਸ ਬਾਰੇ ਇੱਕ ਲਫ਼ਜ਼ ਦੀ ਵੀ ਭਣਕ ਤੱਕ ਨਹੀਂ ਪੈਣ ਦਿੱਤੀ ਸੀ। ਮੈਂ ਆਪਣਾ ਸਿਰ ਕੁੱਟਣ ਲੱਗੀ ਤੇ ਆਪਣੀ ਮਾਂ ਤੋਂ ਪੁੱਛਣ ਲੱਗੀ ਕਿ ਦੱਸੋ ਤਾਂ ਸਹੀ, ਤੁਸੀਂ ਅਜਿਹਾ ਕਿਉਂ ਕੀਤਾ? ਪਰ ਮਾਂ ਤਾਂ ਚੁੱਪ ਸੀ। ਕੁਝ ਦਿਨ ਮੇਰੇ ਨਾਲ ਨਾਰਾਜ਼ ਰਹੀ, ਮੇਰੇ ਨਾਲ ਗੱਲ ਤੱਕ ਨਹੀਂ ਕੀਤੀ, ਪਰ ਉਹਨਾਂ ਨੂੰ ਵੀ ਪਤਾ ਸੀ ਕਿ ਉਹਨਾਂ ਦੀ ਗਲਤੀ ਹੈ। ਉਹਨਾਂ ਨੂੰ ਹੀ ਮੁਆਫੀ ਮੰਗਣੀ ਪਈ ਤੇ ਮੈਨੂੰ ਸਾਰੀ ਗੱਲ ਵੀ ਦੱਸਣੀ ਪਈ। ਜਿਸ ਤੋਂ ਬਾਅਦ ਮੈਨੂੰ ਆਪਣੇ ਦਾਦੇ ਨਾਲ ਬਹੁਤ ਜ਼ਿਆਦਾ ਨਫ਼ਰਤ ਹੋ ਗਈ ਤੇ ਮੈਂ ਜੋ ਆਪਣੇ ਦਾਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਤੇ ਉਹਨਾਂ ਦੀ ਦੁਨੀਆ 'ਚ ਇੱਕ ਇਨਸਾਨ ਨਹੀਂ ਸਗੋਂ ਫਰਿਸ਼ਤਾ ਸਮਝਦੀ ਸੀ, ਹੁਣ ਉਹ ਮੈਨੂੰ ਇੱਕ ਜਾਨਵਰ ਲੱਗਣ ਲੱਗੇ ਸਨ। ਮੇਰੀ ਮਾਂ ਦੀ ਕਹਾਣੀ ਹੀ ਕੁਝ ਅਜਿਹੀ ਸੀ। ਮੇਰੀ ਮਾਂ ਕਹਿਣ ਲੱਗੀ ਕਿ ਮੈਂ ਜਾਣਦੀ ਹਾਂ ਕਿ ਤੂੰ ਮੈਨੂੰ ਹੀ ਗਲਤ ਸਮਝਦੀ ਹੈ, ਪਰ ਜਦੋਂ ਮੈਂ ਇੱਥੇ ਵਿਆਹ ਕੇ ਆਈ ਸੀ ਤਾਂ ਮੇਰੇ ਦਿਲ 'ਚ ਕਦੇ ਵੀ ਇਹ ਖਿਆਲ ਵੀ ਨਹੀਂ ਆਇਆ ਸੀ ਕਿ ਮੈਨੂੰ ਅਜਿਹਾ ਕਦਮ ਉਠਾਉਣਾ ਪਵੇਗਾ। ਮੈਂ ਇੱਕ ਅਜਿਹੇ ਘਰਾਣੇ 'ਚੋਂ ਸੀ ਜਿੱਥੇ ਲੜਕੀਆਂ ਨੂੰ ਕਮਾਈ ਦਾ ਜ਼ਰੀਆ ਮੰਨਿਆ ਜਾਂਦਾ ਸੀ, ਮਰਦਾਂ ਦੇ ਸਾਹਮਣੇ ਨੱਚਣ ਗਾਉਣ ਲਈ ਕਿਹਾ ਜਾਂਦਾ ਸੀ ਤੇ ਜਦੋਂ ਉਹ ਆਪਣੀ ਜ਼ਿੰਦਗੀ 'ਚ ਸਾਰੀਆਂ ਹੱਦਾਂ ਪਾਰ ਕਰਨ ਤੋਂ ਬਾਅਦ ਆਪਣੇ ਪਿਤਾ ਭਰਾਵਾਂ ਲਈ ਬਹੁਤ ਜ਼ਿਆਦਾ ਦੌਲਤ ਕਮਾ ਲੈਂਦੀ ਤਾਂ ਉਹਨਾਂ ਦਾ ਅਜਿਹੇ ਆਦਮੀ ਨਾਲ ਵਿਆਹ ਕਰਵਾ ਦਿੱਤਾ ਜਾਂਦਾ ਜੋ ਖੁਦ ਵੀ ਆਵਾਰਾ ਹੁੰਦਾ ਤੇ ਕਦੇ ਵੀ ਆਪਣੀ ਪਤੀ ਦੀ ਇੱਜ਼ਤ ਨਾ ਕਰਦਾ, ਨਾ ਹੀ ਉਸਨੂੰ ਆਪਣੀ ਪਤਨੀ ਦਾ ਦਰਜਾ ਦਿੰਦਾ। ਪਰ ਕਹਿੰਦੇ ਹਨ ਕਿ ਭਗਵਾਨ ਚੰਗਿਆਂ ਨਾਲ ਚੰਗਾ ਹੀ ਕਰਦਾ ਹੈ ਤੇ ਉਸ ਨੂੰ ਕਦੇ ਜ਼ਲੀਲ ਨਹੀਂ ਹੋਣ ਦਿੰਦਾ, ਸਗੋਂ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਇੱਜ਼ਤ ਦਿੰਦਾ ਹੈ, ਉਹਨਾਂ ਦੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਨੂੰ ਆਸਾਨ ਕਰ ਦਿੰਦਾ ਹੈ। ਮੈਂ ਵੀ ਦਿਲ ਹੀ ਦਿਲ 'ਚ ਭਗਵਾਨ ਅੱਗੇ ਪ੍ਰਾਰਥਨਾ ਕਰਦੀ ਸੀ ਕਿ ਮੈਨੂੰ ਸਾਰੀਆਂ ਮੁਸ਼ਕਿਲਾਂ ਤੋਂ ਬਚਾਵੀਂ ਤੇ ਮੈਨੂੰ ਇਸ ਬੇਇੱਜ਼ਤੀ ਦੀ ਜ਼ਿੰਦਗੀ ਤੋਂ ਛੁਟਕਾਰਾ ਦਿਵਾ ਦੇ। ਜਦੋਂ ਜਵਾਨ ਹੋ ਗਈ ਤਾਂ ਮੇਰੇ ਮਾਤਾ ਪਿਤਾ ਨੇ ਮੈਨੂੰ ਉਹਨਾਂ ਨਜ਼ਰਾਂ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨਾਲ ਕੋਈ ਸ਼ਿਕਾਰੀ ਆਪਣੇ ਸ਼ਿਕਾਰ ਨੂੰ ਦੇਖਦਾ ਹੈ। ਮੈਂ ਜਾਣਦੀ ਸੀ ਕਿ ਹੁਣ ਮੈਨੂੰ ਵੀ ਇਸ ਘਟੀਆ ਕੰਮ 'ਚ ਉਤਾਰ ਦਿੱਤਾ ਜਾਵੇਗਾ, ਪਰ ਮੈਂ ਇਸ ਸਭ ਲਈ ਪਹਿਲਾਂ ਤੋਂ ਤਿਆਰ ਸੀ ਕਿਉਂਕਿ ਮੇਰੇ ਕੋਲ ਕੋਈ ਹੋਰ ਰਸਤਾ ਨਹੀਂ ਸੀ। ਤੇ ਫਿਰ ਉਹ ਸਮਾਂ ਵੀ ਆ ਗਿਆ ਜਦੋਂ ਮੇਰੀ ਉਮਰ 18 ਸਾਲ ਦੀ ਹੋ ਗਈ ਸੀ ਤੇ ਮੇਰੀ ਬੋਲੀ ਲਗਾਈ ਗਈ। ਮੈਂ ਉਹਨਾਂ ਅਵਾਰਾ ਤੇ ਨਸ਼ੇੜੀ ਆਦਮੀਆਂ ਦੀ ਭੀੜ 'ਚ ਬੈਠੀ ਖੁਦ ਨੂੰ ਕੋਸ ਰਹੀ ਸੀ, ਪਰ ਫਿਰ ਮੇਰੀ ਤਾਂ ਜਿਵੇਂ ਉਸ ਪਲ 'ਚ ਕਿਸਮਤ ਹੀ ਪਲਟ ਗਈ ਸੀ। ਮੈਨੂੰ ਪਤਾ ਲੱਗਿਆ ਕਿ ਮੇਰੀ ਬੋਲੀ ਲਗਾਉਣ ਵਾਲਾ ਕੋਈ ਆਮ ਆਦਮੀ ਨਹੀਂ, ਸਗੋਂ ਉਹ ਮੇਰੇ ਨਾਲ ਵਿਆਹ ਕਰਨਾ ਚਾਹੁੰਦਾ ਹੈ, ਮੈਨੂੰ ਅਪਣਾਉਣਾ ਚਾਹੁੰਦਾ ਹੈ। ਤੇ ਤੂੰ ਜਾਣਦੀ ਹੈ ਕਿ ਸਭ ਤੋਂ ਚੰਗੀ ਗੱਲ ਤਾਂ ਇਹ ਸੀ ਕਿ ਉਹ ਖੁਦ ਇੱਕ ਬਹੁਤ ਹੀ ਚੰਗਾ ਆਦਮੀ ਸੀ ਤੇ ਨਾ ਸਿਰਫ ਇਹ ਕਿ ਉਹ ਇੱਕ ਬਹੁਤ ਸਿੱਧਾ ਸਾਦਾ ਸੀ, ਸਗੋਂ ਇੱਕ ਬਹੁਤ ਹੀ ਚੰਗੇ ਘਰਾਣੇ ਦਾ ਇਕਲੌਤਾ ਲੜਕਾ ਸੀ। ਉਹ ਮੇਰੇ ਬਾਰੇ 'ਚ ਸਭ ਕੁਝ ਜਾਣਦਾ ਸੀ ਤੇ ਮੈਨੂੰ ਅਪਣਾਉਣਾ ਚਾਹੁੰਦਾ ਸੀ ਤੇ ਮੈਨੂੰ ਇਸ ਘਟੀਆ ਤੇ ਬੇਇੱਜ਼ਤੀ ਦੀ ਜ਼ਿੰਦਗੀ ਤੋਂ ਕੱਢਣਾ ਚਾਹੁੰਦਾ ਸੀ। ਮੈਂ ਉਸ ਦਾ ਬਹੁਤ ਸ਼ੁਕਰੀਆ ਅਦਾ ਕੀਤਾ ਤੇ ਜ਼ਿੰਦਗੀ ਭਰ ਉਸ ਨਾਲ ਵਫਾ ਕਰਨ ਦਾ ਵਾਅਦਾ ਵੀ ਕੀਤਾ। ਉਸਨੇ ਮੈਨੂੰ ਕਿਹਾ ਕਿ ਜੇਕਰ ਮੇਰੀ ਕੋਈ ਆਖਰੀ ਇੱਛਾ ਹੋਵੇ ਤਾਂ ਮੈਂ ਦੱਸ ਦੇਵਾਂ, ਕਿਉਂਕਿ ਉਹ ਮੈਨੂੰ ਦੁਬਾਰਾ ਕਦੇ ਵੀ ਆਪਣੇ ਘਰ ਵਾਲਿਆਂ ਨਾਲ ਮਿਲਣ ਨਹੀਂ ਲੈ ਕੇ ਆਵੇਗਾ ਤੇ ਹਮੇਸ਼ਾ ਲਈ ਮੈਨੂੰ ਇੱਥੋਂ ਆਪਣੇ ਨਾਲ ਲੈ ਕੇ ਚਲਾ ਜਾਵੇਗਾ। ਤੇ ਫਿਰ ਉਹ ਮੈਨੂੰ ਇੱਕ ਅਜਿਹੀ ਚੰਗੀ ਜਗ੍ਹਾ ਤੇ ਲੈ ਆਇਆ ਜਿਸ ਬਾਰੇ ਮੈਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ। ਮੇਰੇ ਵਰਗੀ ਔਰਤ ਤਾਂ ਇਸ ਜਗ੍ਹਾ ਦੇ ਕਾਬਿਲ ਵੀ ਨਹੀਂ ਸੀ। ਮੇਰੇ ਨਾਲ ਉਸ ਸਮੇਂ ਇੱਕ ਛੋਟਾ ਭਰਾ ਸੀ ਜਿਸ ਦੀ ਉਮਰ ਸਿਰਫ 8 ਸਾਲ ਦੀ ਸੀ। ਮੇਰੇ ਪਤੀ ਨੇ ਮੇਰੀ ਗੱਲ ਦਾ ਮਾਣ ਰੱਖਿਆ ਤੇ ਉਹ ਮੇਰੇ ਭਰਾ ਨੂੰ ਮੇਰੇ ਨਾਲ ਇਸ ਘਰ 'ਚ ਲੈ ਗਿਆ, ਪਰ ਇੱਥੇ ਸਾਨੂੰ ਇੱਜ਼ਤ ਦੀਆਂ ਨਜ਼ਰਾਂ ਨਾਲ ਨਹੀਂ ਦੇਖਿਆ ਜਾਂਦਾ ਸੀ। ਮੇਰੇ ਪਤੀ ਨੂੰ ਝੂਠ ਬੋਲਣ ਦੀ ਆਦਤ ਨਹੀਂ ਸੀ। ਉਸਨੇ ਆਪਣੇ ਘਰ ਵਾਲਿਆਂ ਨੂੰ ਸਾਰੀ ਸੱਚਾਈ ਦੱਸ ਦਿੱਤੀ। ਉਸਨੇ ਦੱਸ ਦਿੱਤਾ ਸੀ ਕਿ ਮੈਂ ਕਿਸ ਘਰ ਨਾਲ ਸੰਬੰਧ ਰੱਖਦੀ ਹਾਂ ਤੇ ਮੇਰਾ ਅਤੀਤ ਕੀ ਹੈ, ਪਰ ਉਹ ਸ਼ਾਇਦ ਇਹ ਨਹੀਂ ਜਾਣਦੇ ਸਨ ਕਿ ਇਸ ਸਭ ਦਾ ਸਾਡੇ ਤੇ ਸਾਡੀਆਂ ਜ਼ਿੰਦਗੀਆਂ ਤੇ ਕਿੰਨਾ ਅਸਰ ਪਵੇਗਾ। ਜਜ਼ਬਾਤਾਂ 'ਚ ਵਹਿ ਕੇ ਉਹਨਾਂ ਨੇ ਆਪਣੇ ਪਿਤਾ ਨੂੰ ਵੀ ਸਾਰੀ ਸੱਚਾਈ ਦੱਸ ਦਿੱਤੀ ਸੀ। ਉਹਨਾਂ ਦੇ ਪਿਤਾ ਨੇ ਤਾਂ ਉਹਨਾਂ ਨੂੰ ਮਾਫ ਨਹੀਂ ਕੀਤਾ, ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਤੇਰੇ ਪਿਤਾ ਨੇ ਮੇਰੇ ਨਾਲ ਵਿਆਹ ਕਰ ਲਿਆ ਹੈ ਤਾਂ ਉਹਨਾਂ ਨੇ ਵਿਆਹ ਦੀ ਲਾਜ ਰੱਖਦੇ ਹੋਏ ਮੈਨੂੰ ਇਸ ਘਰ 'ਚ ਰਹਿਣ ਦੀ ਇਜਾਜ਼ਤ ਦੇ ਦਿੱਤੀ।
ਪਰ ਮੇਰੇ ਭਰਾ 'ਤੇ ਪਹਿਰੇ ਲੱਗ ਗਏ ਸਨ। ਮੈਨੂੰ ਇੱਥੇ ਖੁਦ ਨੂੰ ਸਾਬਤ ਕਰਨ 'ਚ 15 ਸਾਲ ਲੱਗ ਗਏ, ਪਰ ਇਹਨਾਂ 15 ਸਾਲਾਂ 'ਚ ਮੈਂ ਫੂਕ ਕੇ ਕਦਮ ਰੱਖਿਆ ਤੇ ਕੋਈ ਵੀ ਗਲਤੀ ਨਹੀਂ ਕੀਤੀ। ਮੈਂ ਸਾਰੇ ਭਗਵਾਨਾਂ ਅੱਗੇ ਮੱਥਾ ਟੇਕਿਆ ਤੇ ਇਸ ਖਾਨਦਾਨ ਦੇ ਰਸਮ ਰਿਵਾਜਾਂ ਨੂੰ ਜਿਉਂਦਾ ਰੱਖਿਆ। ਇੱਥੋਂ ਤੱਕ ਕਿ ਮੈਂ ਇਸ ਸਮਾਜ 'ਚ ਮੇਰੀ ਜਗ੍ਹਾ ਉਹ ਬਣ ਗਈ ਕਿ ਮੇਰੇ ਨਾਲ ਦੀਆਂ ਔਰਤਾਂ ਮੇਰੀ ਇੱਜ਼ਤ ਕਰਨ ਲੱਗੀਆਂ, ਮੇਰੇ ਚਰਿੱਤਰ ਦੀ ਗਵਾਹੀ ਦੇਣ ਲੱਗੀਆਂ। ਪਰ ਮੇਰਾ ਸਹੁਰਾ ਮੇਰੇ ਨਾਲ ਅਜੇ ਨਫ਼ਰਤ ਕਰਦਾ ਸੀ। ਉਹ ਕਹਿੰਦਾ ਸੀ ਕਿ ਖੂਨ ਦਾ ਅਸਰ ਬਾਕੀ ਰਹਿੰਦਾ ਹੈ, ਖੂਨ ਦੀ ਤਾਸੀਰ ਕਦੇ ਵੀ ਖਤਮ ਨਹੀਂ ਹੁੰਦੀ ਹੈ ਤੇ ਇਹ ਹਮੇਸ਼ਾ ਇਨਸਾਨ ਨੂੰ ਉਸਦਾ ਅਸਲ ਰੂਪ ਦਿਖਾ ਦਿੰਦੀ ਹੈ। ਉਹਨਾਂ ਦਿਨਾਂ 'ਚ ਮੇਰਾ ਛੋਟਾ ਭਰਾ ਵੀ ਜਵਾਨ ਹੋ ਰਿਹਾ ਸੀ। ਉਸ ਨੂੰ ਵੀ ਮਾਮਲੇ ਦੀ ਨਜ਼ਾਕਤ ਦਾ ਅੰਦਾਜ਼ਾ ਸੀ। ਮੈਂ ਵੀ ਉਸ ਨੂੰ ਸਖਤੀ ਨਾਲ ਸਮਝਾ ਦਿੱਤਾ ਸੀ ਕਿ ਆਪਣੀ ਭੈਣ ਦੇ ਘਰ ਦਾ ਤੇ ਉਸ ਦੀ ਇੱਜ਼ਤ ਦਾ ਖਿਆਲ ਰੱਖੀ। ਕਦੇ ਵੀ ਇਸ ਘਰ 'ਚ ਕੋਈ ਅਜਿਹੀ ਹਰਕਤ ਨਾ ਕਰੀ ਜਿਸ ਕਰਕੇ ਮੈਨੂੰ ਵੀ ਇੱਥੇ ਦਰਬਦਰ ਹੋਣਾ ਪਵੇ। ਪਰ ਜੋ ਕਿਸਮਤ ਦਾ ਲਿਖਿਆ ਹੁੰਦਾ ਹੈ ਉਹ ਤਾਂ ਹੋ ਕੇ ਹੀ ਰਹਿੰਦਾ ਹੈ। ਮੇਰੇ ਭਰਾ ਤੋਂ ਪਤਾ ਨਹੀਂ ਕਿਵੇਂ ਇਹ ਹਰਕਤ ਹੋ ਗਈ ਕਿ ਇੱਕ ਦਿਨ ਉਸਨੇ ਨੌਕਰਾਨੀ ਨਾਲ ਗੱਲ ਕਰਨ ਤੇ ਉਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਬਸ ਫਿਰ ਕੀ ਸੀ, ਮੇਰੇ ਸਹੁਰੇ ਨੂੰ ਤਾਂ ਜਿਵੇਂ ਮੌਕਾ ਹੀ ਮਿਲ ਗਿਆ ਤੇ ਉਹ ਕਹਿਣ ਲੱਗਿਆ ਕਿ ਮੈਂ ਕਹਿੰਦਾ ਸੀ ਨਾ, ਇਨਸਾਨ ਦਾ ਖੂਨ ਕਦੇ ਨਹੀਂ ਬਦਲਦਾ, ਉਹ ਆਪਣਾ ਅਸਰ ਜ਼ਰੂਰ ਦਿਖਾ ਕੇ ਰਹਿੰਦਾ ਹੈ। ਤੇਰੇ ਭਰਾ ਨੇ ਅੱਜ ਇਹ ਸਾਬਤ ਕਰ ਦਿੱਤਾ ਹੈ। ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਮੈਂ ਬਹੁਤ ਜ਼ਿਆਦਾ ਰੋਈ ਤੇ ਮੈਂ ਆਪਣੇ ਭਰਾ ਨੂੰ ਬਹੁਤ ਜ਼ਿਆਦਾ ਕੋਸਿਆ ਤੇ ਕੁੱਟਿਆ, ਪਰ ਮੇਰੇ ਸੋਹਰੇ ਨੇ ਮੇਰੀ ਗੱਲ ਤੇ ਵਿਸ਼ਵਾਸ ਨਾ ਕੀਤਾ ਤੇ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਮੈਂ ਆਪਣੇ ਭਰਾ ਨੂੰ ਇਸ ਘਰ ਤੋਂ ਦੂਰ ਕਰ ਦੇਵਾਂ, ਨਹੀਂ ਤਾਂ ਕੁਝ ਸਾਲਾਂ ਬਾਅਦ ਮੇਰੇ ਸਖਤ ਫੈਸਲੇ ਲਈ ਤਿਆਰ ਨਹੀਂ। ਮੈਂ ਸੋਚਿਆ ਕਿ ਮੇਰਾ ਸਹੁਰਾ ਕੁਝ ਸਾਲਾਂ ਬਾਅਦ ਆਪਣਾ ਦਿਲ ਬਦਲ ਲਵੇਗਾ ਜਾਂ ਫਿਰ ਉਹਨਾਂ ਦੇ ਦਿਲ 'ਚ ਆਪਣੇ ਲਈ ਦੁਬਾਰਾ ਜਗ੍ਹਾ ਬਣਾ ਲਵਾਂਗੀ, ਪਰ ਇਹ ਮੇਰੀ ਗਲਤਫਹਿਮੀ ਸੀ। ਮੈਂ ਤਾਂ ਆਪਣੇ ਭਰਾ ਨੂੰ ਸੁਧਾਰ ਲਿਆ, ਉਸ ਲਈ ਇੱਕ ਲੜਕੀ ਲੱਭ ਕੇ ਉਸ ਦਾ ਵਿਆਹ ਵੀ ਕਰਵਾ ਦਿੱਤਾ। ਪਰ ਜਦੋਂ ਮੇਰੇ ਸਹੁਰੇ ਨੇ ਆਪਣਾ ਫੈਸਲਾ ਸੁਣਾਇਆ ਤਾਂ ਮੇਰੀ ਜਾਨ ਹੀ ਨਿਕਲ ਗਈ ਤੇ ਉਹਨਾਂ ਦੇ ਫੈਸਲੇ ਅਨੁਸਾਰ ਮੈਂ ਆਪਣੀ ਔਲਾਦ ਨੂੰ ਆਪਣੇ ਹੀ ਘਰ 'ਚ ਕੈਦ ਕਰਨਾ ਸੀ, ਕਿਉਂਕਿ ਉਹ ਮੇਰੀ ਨਸਲ 'ਚੋਂ ਹੁੰਦੀ ਤੇ ਉਸ ਨਾਲ ਕਿਸੇ ਨੂੰ ਵੀ ਜੋੜਨ ਨਹੀਂ ਦਿੱਤਾ ਜਾਣਾ ਸੀ। ਉਹ ਵੀ ਆਪਣਾ ਆਪ ਜ਼ਾਹਰ ਕਰਦੇ ਤੇ ਇਸ ਖਾਨਦਾਨ ਦੀ ਇੱਜ਼ਤ ਨੂੰ ਡੁਬੋ ਦਿੰਦੇ। ਹਾਲਾਂਕਿ ਮੇਰੇ ਬੇਟੇ ਦਾ ਪਿਤਾ ਤਾਂ ਉਹਨਾਂ ਦਾ ਬੇਟਾ ਹੀ ਸੀ, ਪਰ ਮੇਰੇ ਸਹੁਰੇ ਨੇ ਮੇਰੀ ਕੋਈ ਗੱਲ ਨਾ ਸੁਣੀ ਤੇ ਮੈਨੂੰ ਸਖਤੀ ਨਾਲ ਹੁਕਮ ਦਿੱਤਾ ਕਿ ਉਹ ਆਪਣੇ ਬੇਟਿਆਂ ਨੂੰ ਕਿਸੇ ਨਾਲ ਮਿਲਣ ਜੁਲਣ ਨਾ ਦੇਵੇ ਤੇ ਤੈਨੂੰ ਵੀ ਬਾਹਰ ਨਾ ਨਿਕਲਣ ਦੇਵੇ। ਤੂੰ ਤਾਂ ਫਿਰ ਵੀ ਕਿਸੇ ਨਾਲ ਕਿਸੇ ਸਾਹਮਣੇ ਆ ਹੀ ਜਾਂਦੀ ਸੀ, ਪਰ ਤੇਰੇ ਭਰਾ ਹਮੇਸ਼ਾ ਕਹਿ ਰਹੇ, ਤੂੰ ਮੈਨੂੰ ਸਵਾਲ ਕਰਦੀ ਰਹੀ ਮੈਂ ਤੇਰੇ ਭਰਾਵਾਂ ਨੂੰ ਘਰੋਂ ਕਿਉਂ ਨਹੀਂ ਨਿਕਲਣ ਦਿੰਦੀ, ਪਰ ਮੈਂ ਕੋਈ ਜਵਾਬ ਨਹੀਂ ਦੇ ਸਕਦੀ ਸੀ। ਆਪਣੇ ਸਹੁਰੇ ਨੂੰ ਮੈਂ ਇਸ ਗੱਲ ਲਈ ਮਨਵਾ ਲਿਆ ਕਿ ਜੇਕਰ ਮੈਂ ਆਪਣੇ ਬੇਟਿਆਂ ਦਾ ਵਿਆਹ ਕਰਕੇ ਉਹਨਾਂ ਨੂੰ ਇਸ ਪਿੰਡ 'ਚੋਂ ਬਾਹਰ ਭੇਜ ਦੇਵਾਂ ਤਾਂ ਉਹ ਮੈਨੂੰ ਮਾਫ਼ ਕਰ ਦੇਣਗੇ। ਉਹਨਾਂ ਨੇ ਮੇਰੀ ਇਹ ਗੱਲ ਮੰਨ ਲਈ। ਇੱਥੋਂ ਦੀਆਂ ਔਰਤਾਂ ਮੇਰੇ ਚਰਿੱਤਰ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀਆਂ ਸਨ। ਉਹਨਾਂ ਨੂੰ ਮੇਰੇ ਬੇਟਿਆਂ ਬਾਰੇ ਵੀ ਪਤਾ ਸੀ ਕਿ ਉਹ ਕਿੰਨੇ ਸ਼ਰੀਫ ਹਨ, ਪਰ ਉਹ ਵੀ ਮੇਰੇ ਸਹੁਰੇ ਤੋਂ ਡਰਦੀਆਂ ਸਨ। ਪਰ ਮੈਂ ਇੱਕ ਇੱਕ ਕਰਕੇ ਆਪਣੇ ਬੇਟਿਆਂ ਦੇ ਵਿਆਹ ਕਰਨੇ ਸ਼ੁਰੂ ਕਰ ਦਿੱਤੇ। ਇਹ ਸਾਰਾ ਢੋਂਗ ਮੈਂ ਇਸ ਲਈ ਰਚਿਆ ਸੀ ਤਾਂ ਕਿ ਤੇਰੇ ਭਰਾਵਾਂ ਦੇ ਵਿਆਹ ਕਰਾ ਸਕਾਂ ਤੇ ਉਹ ਆਪਣੀ ਮਰਜ਼ੀ ਦੀ ਲੜਕੀ ਦੇਖ ਕੇ ਉਸ ਨਾਲ ਵਿਆਹ ਕਰਕੇ ਇਸ ਪਿੰਡ ਤੋਂ ਦੂਰ ਚਲੇ ਜਾਣ, ਤਾਂ ਕਿ ਮੇਰੀ ਜ਼ਿੰਦਗੀ ਤੇ ਤੇਰੀ ਜ਼ਿੰਦਗੀ ਵੀ ਸੌਖੀ ਹੋ ਜਾਵੇ। ਮੇਰੀਏ ਧੀਏ, ਮੈਂ ਤੈਨੂੰ ਉੱਥੇ ਇਸ ਲਈ ਨਹੀਂ ਜਾਣ ਦਿੰਦੀ ਸੀ ਕਿ ਉੱਥੇ ਤੇਰੇ ਹੀ ਸਕੇ ਭਰਾ ਸਨ। ਜੇਕਰ ਮੈਂ ਤੈਨੂੰ ਉੱਥੇ ਭੇਜ ਦਿੰਦੀ ਤਾਂ ਤੇਰੇ ਦਿਮਾਗ 'ਤੇ ਬੁਰਾ ਅਸਰ ਪੈਂਦਾ ਤੇ ਫਿਰ ਹੁਣ ਤਾਂ ਤੇਰਾ ਪਿਤਾ ਵੀ ਇਸ ਦੁਨੀਆ 'ਚ ਨਹੀਂ ਹੈ। ਮੈਂ ਇਕੱਲੀ ਕੀ ਕਰਦੀ ਤੇ ਕਿਵੇਂ ਸਾਰੇ ਮਾਮਲਿਆਂ ਨੂੰ ਹੱਲ ਕਰਦੀ। ਬਸ ਹੁਣ ਅੱਗੇ ਤੂੰ ਖੁਦ ਸਮਝਦਾਰ ਹੈ, ਤੂੰ ਇਸ ਗੱਲ ਨੂੰ ਭੁੱਲ ਜਾ। ਮਾਂ ਨੇ ਇਹ ਕਹਿ ਕੇ ਆਪਣੇ ਦਿਲ ਦਾ ਬੋਝ ਹਲਕਾ ਕਰ ਲਿਆ, ਪਰ ਮੇਰੇ ਦਿਲ 'ਚ ਦਾਦਾ ਲਈ ਅਜਿਹੀ ਨਫ਼ਰਤ ਭਰਨ ਲੱਗੀ ਸੀ ਜਿਸ ਬਾਰੇ ਮੈਂ ਸੋਚ ਵੀ ਨਹੀਂ ਸਕਦੀ ਸੀ। ਮੇਰਾ ਦਿਲ ਕੀਤਾ ਕਿ ਉਹਨਾਂ ਨੂੰ ਮਾਰ ਦੇਵਾਂ ਜਿਨ੍ਹਾਂ ਨੇ ਮੇਰੇ ਭਰਾਵਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਤੇ ਉਹਨਾਂ ਨੂੰ ਮੁਲਜ਼ਮਾਂ ਵਾਂਗ ਕੈਦੀ ਬਣਾ ਕੇ ਰੱਖਿਆ, ਪਰ ਮੈਂ ਆਪਣੀ ਮਾਂ ਦੇ ਕਹਿਣ 'ਤੇ ਮਜਬੂਰ ਸੀ। ਮੈਂ ਅਜਿਹਾ ਕੁਝ ਨਹੀਂ ਕਰ ਸਕਦੀ ਸੀ। ਮਾਂ ਦਾ ਕੋਈ ਬਦਲਾ ਨਹੀਂ ਉਤਾਰ ਸਕਦੀ ਸੀ। ਫਿਰ ਉਹ ਸਮਾਂ ਵੀ ਆ ਗਿਆ ਜਦੋਂ ਅਸੀਂ ਇਸ ਪਿੰਡ 'ਚੋਂ ਜਾਣਾ ਸੀ। ਮੇਰੇ ਪੱਥਰ ਦਿਲ ਦਾਦਾ ਨੂੰ ਉਸ ਸਮੇਂ ਵੀ ਸਾਡੇ 'ਤੇ ਕੋਈ ਰਹਿਮ ਨਾ ਆਇਆ। ਉਹਨਾਂ ਨੇ ਅੱਗੇ ਵੱਧ ਕੇ ਆਪਣੇ ਪੋਤਾ ਪੋਤੀ ਦੇ ਸਿਰ 'ਤੇ ਹੱਥ ਵੀ ਨਾ ਰੱਖਿਆ, ਸਾਨੂੰ ਆਸ਼ੀਰਵਾਦ ਵੀ ਨਾ ਦਿੱਤਾ। ਮੈਨੂੰ ਅੱਜ ਵੀ ਆਪਣੇ ਦਾਦਾ ਦੀਆਂ ਉਹ ਖੂਨ ਭਰੀਆਂ ਅੱਖਾਂ ਯਾਦ ਆਉਂਦੀਆਂ ਹਨ ਤਾਂ ਮੇਰੇ ਦਿਲ 'ਚ ਨਫ਼ਰਤ ਹੋਰ ਜ਼ਿਆਦਾ ਵੱਧ ਜਾਂਦੀ ਹੈ। ਜਿਨ੍ਹਾਂ ਨੇ ਆਪਣੇ ਬੇਟੇ ਕਰਕੇ ਆਪਣੀ ਬਹੂ ਨੂੰ ਬਰਦਾਸ਼ਤ ਤਾਂ ਕਰ ਲਿਆ,
ਪਰ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਆਪਣੇ ਹੰਕਾਰ ਕਰਕੇ ਆਪਣਾ ਨਾਂ ਨਹੀਂ ਦਿੱਤਾ। ਭਗਵਾਨ ਅਜਿਹੇ ਲੋਕਾਂ ਤੋਂ ਸਾਰਿਆਂ ਨੂੰ ਬਚਾ ਕੇ ਹੀ ਰੱਖੇ ਜਿਸ ਦੇ ਦਿਲ 'ਚ ਆਪਣੇ ਹੀ ਪੋਤੇ ਪੋਤੀ ਲਈ ਰਹਿਮ ਨਾ ਹੋਵੇ। ਸੋ ਦੋਸਤੋ, ਜੇਕਰ ਤੁਹਾਨੂੰ ਸਾਡੀ ਇਹ ਅੱਜ ਦੀ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਧੰਨਵਾਦ।